ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਾਰਿਆਂ ਦੇ ਲਈ ਹੀ ਬੜਾ ਇੱਕ ਪ੍ਰਾਊਡ ਮੂਮੈਂਟ ਨੇ ਸਾਡੇ ਲਈ, ਔਰ ਸਵੇਰ ਤੋਂ ਹੀ ਲਗਾਤਾਰ ਫੋਟੋਆਂ ਸ਼ੇਅਰ ਕਰ ਰਹੇ ਹਾਂ, ਆਪਾਂ ਵੇਖ ਵੀ ਰਹੇ ਹਾਂ, ਤੁਸੀਂ ਕਾਂਗਰੈਟਸ ਦੇ ਕਮੈਂਟਸ ਵੀ ਨੀਚੇ ਕਰ ਰਹੇ ਹੋ। ਇਹ ਸਾਨੂੰ ਪ੍ਰਾਊਡ ਫੀਲ ਕਰਵਾਇਆ ਉਹਨਾਂ ਮਿਹਨਤੀ ਨੌਜਵਾਨਾਂ ਨੇ ਜਿਨ੍ਹਾਂ ਨੇ ਜੰਮੂ ਕਸ਼ਮੀਰ ਦਾ ਨਾਮ ਰੌਸ਼ਨ ਕੀਤਾ ਹੈਗਾ। ਔਰ ਸਭ ਤੋਂ ਜ਼ਿਆਦਾ ਸਾਡੇ ਲਈ ਮਾਣ ਵਾਲੀ ਗੱਲ ਤਾਂ ਹੈ ਕਿ ਸਾਡੀ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਜਦੋਂ ਸਾਨੂੰ ਕੋਈ ਫੋਟੋ ਆਉਂਦੀ ਹੈ ਨਾ ਜਿਹਦੇ ਪਿੱਛੇ ਸਿੰਘ ਤੇ ਕੌਰ ਲਿਖਿਆ ਹੋਵੇ, ਬੜੀ ਖੁਸ਼ੀ ਹੁੰਦੀ ਉਹਨੂੰ ਸ਼ੇਅਰ ਕਰਦਿਆਂ ਹੋਇਆਂ, ਕਿਉਂਕਿ ਸਾਡੇ ਸੈਂਟੀਮੈਂਟਸ ਨੇ, ਸਾਨੂੰ ਅੰਦਰੋਂ ਚਾਅ ਹੁੰਦਾ। ਮਿਹਨਤ ਕਿਸੇ ਦੀ ਵੀ ਬੇਕਾਰ ਨਹੀਂ ਹੁੰਦੀ। ਹਰ ਇੱਕ ਧਰਮ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਔਰ ਅਸੀਂ ਮਿਹਨਤ ਦੀ ਕਦਰ ਕਰਦੇ ਹਾਂ, ਪਰ ਕਿਤੇ ਨਾ ਕਿਤੇ ਦਿਲ ਨੂੰ ਇੱਕ ਖਿੱਚ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਮੈਂ ਸਰਦਾਰ ਜਗਤੇਸ਼ਵਰ ਸਿੰਘ ਹੋਣਾ ਨੂੰ ਵਧਾਈ ਦੇਵਾਂਗੀ, ਨਾਲ ਧੰਨਵਾਦ ਵੀ ਕਰਾਂਗੇ। ਬਹੁਤ ਬਹੁਤ ਧੰਨਵਾਦ ਹੈ ਕਿ ਇਸ ਕੁਆਲੀਫਾਈ ਕੀਤਾ, ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਤੁਸੀਂ। ਮਿਹਨਤ ਤੁਹਾਡੀ ਹੈ, ਲੇਕਿਨ ਪ੍ਰਾਊਡ ਫੀਲ ਅਸੀਂ ਕਰ ਰਹੇ ਹਾਂ। ਮਾਣ ਸਾਨੂੰ ਮਹਿਸੂਸ ਹੋ ਰਿਹਾ। ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਵਧਾਈ ਹੈ ਸਾਡੇ ਵੱਲੋਂ। ਔਰ ਜਿੱਦਾਂ ਮੈਂ ਹੁਣ ਇਹ ਨਹੀਂ ਪੁੱਛੂੰਗੀ ਕਿ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈਗਾ। ਇਹ ਤਾਂ ਪਤਾ ਹੀ ਆ ਵੀ ਇੰਨੀ ਮਿਹਨਤ ਕੀਤੀ ਆ ਇਸ ਮੁਕਾਮ ਤੱਕ ਪਹੁੰਚਣ ਦੇ ਲਈ, ਹਨਾ ਜੀ। ਔਰ ਅੱਜ ਜ਼ਿੰਦਗੀ ਦਾ ਸਭ ਤੋਂ ਵੱਡਾ, ਜਿਹਨੂੰ ਕਹਿੰਦੇ, ਇੱਕ ਬਦਲਾਅ ਵੀ ਹੈ ਔਰ ਵੱਡਾ ਦਿਨ ਵੀ ਹੈਗਾ, ਕਿਉਂਕਿ ਜਿਹਨੇ ਮਿਹਨਤ ਕੀਤੀ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਨਰਸਰੀ ਤੋਂ ਲੈ ਕੇ ਅੱਜ 30 ਸਾਲ ਹੋ ਗਏ, ਜਿੰਨੇ ਵੀ ਹਨਾ ਹੋਇਆ ਕਿ ਹਾਰਡ ਵਰਕ ਕੀਤਾ ਹੈਗਾ। ਤਾਂ ਜਿਹੜੇ ਯੰਗ ਯੂਥ ਤੁਹਾਨੂੰ ਵੇਖ ਰਿਹਾ ਹੈਗਾ, ਸਭ ਤੋਂ ਪਹਿਲਾਂ ਉਹਨਾਂ ਦੇ ਲਈ ਕਿਵੇਂ ਕਹੋਗੇ ਕਿ ਅਗਰ ਤੁਸੀਂ ਕੋਈ ਜ਼ਿੰਦਗੀ ਦੇ ਵਿੱਚ ਟੀਚਾ ਲੈ ਕੇ ਚੱਲਦੇ ਹੋ, ਉਤਰਾਅ ਚੜ੍ਹਾਅ ਆਉਂਦੇ ਨੇ, ਫੇਲ ਵੀ ਹੁੰਦੇ ਹੋ, ਔਰ ਅਗਰ ਤੁਸੀਂ ਉਸ ਫੇਲ ਨੂੰ ਹੀ ਦਿਮਾਗ ਦੇ ਵਿੱਚ ਆਪਦਾ ਪਾਸ ਬਣਾਉਣਾ ਹੈਗਾ ਤਾਂ ਉਹਨੂੰ ਕਿਵੇਂ ਲੈ ਕੇ ਚੱਲ ਸਕਦੇ ਆ? ਸਭ ਤੋਂ ਪਹਿਲਾਂ ਮੈਂ ਹੋਣ ਦੀ ਪੂਰੀ ਟੀਮ ਦਾ ਬਹੁਤ ਮੈਂ ਦਿਲ ਦੀ ਗਹਿਰਾਈਆਂ ਤੋਂ ਵੈਲਕਮ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੇਰੇ ਨਾਲ ਗੱਲਬਾਤ ਨੂੰ ਅੱਗੇ ਵਧਾ ਸਕੀਏ। ਸਭ ਤੋਂ ਪਹਿਲੇ ਮੈਂ ਸਿਵਲ ਸਰਵਿਸਿਜ਼ ਦੀ ਜਰਨੀ ਤੋਂ ਪਹਿਲੇ ਮੈਂ ਇੱਕ ਛੋਟੀ ਜਿਹੀ ਗੱਲ ਬੋਲਾਂਗਾ। ਇੱਕ ਬੜੀ ਪਿਆਰੀ ਲਾਈਨ ਹੈ ਔਰ ਮੇਰੇ ਦਿਲ ਦੇ ਬੜੀ ਅਜ਼ੀਜ਼ ਹੈ ਕਿ ਐਵਰੀ ਪ੍ਰੋਬਲਮ ਇਨ ਲਾਈਫ ਇਜ਼ ਸਾਈਕੋਲੋਜੀਕਲ। ਬਹੁਤ ਵਧੀਆ। ਹਰ ਦੁਨੀਆ ਦੀ ਹਰ ਸਮੱਸਿਆ ਜਿਹੜੀ ਉਹ ਦਿਮਾਗ ਤੋਂ ਸ਼ੁਰੂ ਹੁੰਦੀ ਹੈ। ਈਵਨ ਦ ਬੈਟਲ ਗਰਾਊਂਡਸ ਵਿੱਚ ਵੀ ਲੜਾਈ ਜਿਹੜੀ ਹੈ ਔਰ ਦਿਮਾਗਾਂ ਵਿੱਚ ਹੀ ਜਿੱਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਕੈਨਵਸ ਉੱਪਰ ਉਤਾਰੇ ਜਾਂਦੀ ਹੈ। ਬਟ ਦ ਸੋਲੂਸ਼ਨ ਟੂ ਦ ਪ੍ਰੋਬਲਮਸ ਆਫ ਲਾਈਫ ਆਰ ਪ੍ਰੈਕਟੀਕਲ। ਲੇਕਿਨ ਤੁਹਾਨੂੰ ਆਮ ਦੁਨੀਆ ਵਿੱਚ ਵਿਚਰਦੇ ਹੋਏ, ਸਮਾਜ ਦੀਆਂ ਗੱਲਾਂ ਸਹਿੰਦੇ ਹੋਏ ਤੁਹਾਨੂੰ ਸੋਲੂਸ਼ਨ ਲਿਆਉਣਾ ਪੈਂਦਾ ਹੈ। ਬਟ ਦ ਮੋਟੀਵੇਸ਼ਨ, ਦ ਥੀਮ, ਦ ਐਨਰਜੀ ਯੂ ਗੈਟ ਫਰੋਮ ਦ ਫਿਲੋਸਫੀ, ਜਿਹੜੀ ਵੀ ਤੁਸੀਂ ਫਿਲੋਸਫੀ ਕਲੀਅਰ ਕਰਦੇ ਹੋ। ਜੀ ਬਿਲਕੁਲ। ਨਾਓ ਕਮ ਟੂ ਯੋਰ ਕੁਐਸਚਨ ਕਿ ਦੀਦੀ ਇਹ ਪੂਰੀ ਜਿਹੜੀ ਮੇਰੀ ਜਰਨੀ ਰਹੀ ਹੈ, ਇਨਫੈਕਟ ਅੱਜ ਦਾ ਦਿਨ ਮੈਂ ਬੋਲਾਂਗਾ ਕਿ ਕਾਫੀ ਮੈਨੂੰ ਇੱਕ ਡਿਕੇਡ ਲੱਗ ਗਿਆ ਕੰਪਲੀਟਲੀ। ਅਗਰ ਮੈਂ ਪਿੱਛੇ ਮੁੜ ਕੇ ਦੇਖਦਾ ਤਾਂ ਮੈਨੂੰ 10 ਸਾਲ ਲੱਗੇ ਇਸ ਚੀਜ਼ ਤੱਕ ਪਹੁੰਚਦੇ ਹੋਏ। ਇਟ ਵਾਜ਼ ਨਾਟ ਅ ਸਮਾਲ ਜਰਨੀ। ਇੱਕ ਛੋਟੇ ਜਿਹੇ, ਮਤਲਬ ਮੈਂ ਗ੍ਰਾਂ ਤੋਂ ਆਉਂਦਾ, ਪਿੰਡ ਤੋਂ ਆਉਂਦਾ, ਦੈਟ ਇਜ਼ ਗੋਲ ਗੁਜਰਾਲ। ਸ਼ਾਇਦ ਲੋਕ ਇਸ ਨੂੰ ਕੈਂਪ ਦੇ ਨਾਮ ਤੋਂ ਜਾਣਦੇ ਹੋਣਗੇ, ਬਟ ਇਹ ਗੋਲ ਗੁਜਰਾਲ ਦਾ ਹੈ। ਲੋਕ ਅਨਈਵਨਲੀ ਇਹ ਉਸ ਸੁਰਖੀਆਂ ਵਿੱਚ ਕਦੀ ਨਹੀਂ ਰਿਹਾ, ਲੇਕਿਨ ਸ਼ਾਇਦ ਅੱਜ ਲੋਕਾਂ ਨੂੰ ਇਹਦੇ ਬਾਰੇ ਪਤਾ ਚੱਲ ਸਕਿਆ। ਮਾਈ ਵਿਲੇਜ ਜਿਹੜਾ ਹੈ ਗੋਲ ਗੁਜਰਾਲ, ਤੇ ਅੱਜ ਗੋਲ ਗੁਜਰਾਲ ਚਰਚਾ ਦੇ ਵਿੱਚ ਹੈ। ਸ਼ਾਇਦ ਮੈਂ ਇੰਨਾ ਕਾਬਲੀਅਤ ਮੇਰੇ 'ਚ ਨਹੀਂ ਸੀ, ਬਟ ਇੱਕ ਚੀਜ਼ ਮੈਂ ਬੋਲਾਂਗਾ ਕਿ ਇਸ ਜਰਨੀ ਨੇ ਜਿਹੜਾ ਮੈਨੂੰ ਸਿਖਾਇਆ, ਮੇਰੇ 'ਚ ਪੇਸ਼ੈਂਸ ਬਹੁਤ ਆ ਗਈ। ਪੇਸ਼ੈਂਸ, ਕਿਉਂਕਿ 10 ਸਾਲ ਤੁਸੀਂ ਇਸ ਪ੍ਰੋਸੈਸ ਨੂੰ ਦਿੰਦੇ ਹੋ ਔਰ ਉਸ 10 ਸਾਲ ਵਿੱਚ ਤੁਸੀਂ ਕਿਸੇ ਸਟੇਜ ਤੋਂ ਬਾਹਰ ਹੁੰਦੇ ਹੋ, ਅਗੇਨ ਤੁਹਾਨੂੰ ਰੀਸਟਾਰਟ ਕਰਨਾ ਪੈਂਦਾ ਹੈ, ਅਗੇਨ ਤੁਹਾਨੂੰ ਇਹਨੇ ਚੈਲੰਜਿਸ ਦਾ ਸਾਹਮਣਾ ਕਰਨਾ ਪੈਂਦਾ ਹੈ, ਤੁਹਾਨੂੰ ਰਿਸੋਰਸਿਸ ਦੀ ਕਰੰਚ ਹੁੰਦੀ ਹੈ। ਪਰ ਵੀਰ ਜੀ ਐਸਾ ਹੁੰਦਾ ਕਿ ਜਿਹੜੀ ਚੀਜ਼ ਤੁਸੀਂ ਚੈਲੰਜਿਸ ਦੇ ਨਾਲ ਹਾਸਿਲ ਕਰਦੇ ਹੋ ਉਹਦੀ ਖੁਸ਼ੀ ਵੀ ਜ਼ਿਆਦਾ ਹੁੰਦੀ ਹੈ। ਕੋਈ ਵੀ ਚੀਜ਼ ਸੌਖੀ ਮਿਲ ਜਾਵੇ ਸਾਨੂੰ ਉਹਦਾ ਇੰਨਾ ਲੱਗਦਾ ਨਹੀਂ। ਤੁਹਾਨੂੰ 10 ਸਾਲ ਲੱਗਿਆ, 10 ਸਾਲ ਦੀ ਮਿਹਨਤ, ਅੱਜ ਚਾਹ ਵੀ ਤਾਂ ਉਨਾ ਹੀ ਜ਼ਿਆਦਾ ਹੋਣਾ। ਬਟ ਹਾਂ, ਮੈਂ ਇੱਕ ਚੀਜ਼ ਜ਼ਰੂਰ ਬੋਲਾਂਗਾ ਕਿ ਕਹਿੰਦੇ ਜਿਹੜੇ ਤੁਸੀਂ ਨਾ ਬਹੁਤ ਜ਼ਿਆਦਾ ਕਿਸੇ ਚੀਜ਼ ਵਾਸਤੇ ਮਿਹਨਤ ਕਰ ਦਿੰਦੇ ਹੋ ਤੇ ਬੜਾ ਜ਼ਿਆਦਾ ਚਾਅ ਨਹੀਂ ਰਹਿੰਦਾ। ਸ਼ਾਇਦ ਕਿਤੇ ਨਾ ਕਿਤੇ ਮੈਂ ਅਜੇ ਵੀ ਚੀਜ਼ ਫੀਲ ਕੀਤੀ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਨਹੀਂ ਹੈ। ਬਟ ਹਾਂ, ਇੱਕ ਚੀਜ਼ ਜ਼ਰੂਰ ਹੈ ਕਿ ਮੈਂ ਆਪਣੀ ਸਟੇਟ ਨੂੰ, ਆਪਣੀ ਨਾਓ ਪ੍ਰੈਜ਼ੈਂਟਲੀ ਦ ਯੂਟੀ ਆਫ ਜੰਮੂ ਕਸ਼ਮੀਰ, ਆਈ ਐਮ ਗੋਇੰਗ ਟੂ ਸਰਵ, ਆਈ ਐਮ ਗੋਇੰਗ ਟੂ ਮੇਕ ਅ ਡਿਫਰੈਂਸ, trying to get the life of the people, trying to get my nation stronger in the world committee। ਇਹ ਚੀਜ਼ ਦੀ ਕਰਨ ਨੂੰ ਮੈਨੂੰ ਥੋੜੀ ਜੀ ਮੈਨੂੰ ਇੱਕ ਸਪੇਸ ਲੱਭੇਗੀ, ਉਸ ਸਪੇਸ ਵਾਸਤੇ ਜਿਹਦੇ ਵਾਸਤੇ ਮੈਂ 10 ਸਾਲ ਦੀ ਜਿਹੜੀ ਹੈ ਉਹ ਮਿਹਨਤ ਕੀਤੀ ਹੈ। ਜੀ ਬਹੁਤ ਵਧੀਆ। ਤੇ ਵੀਰ ਜੀ ਆਫ ਕੈਮਰਾ ਤੁਹਾਡੇ ਨਾ ਮਾਤਾ ਜੀ ਨਾਲ ਗੱਲ ਹੋ ਰਹੀ ਸੀਗੀ। ਅੱਜ ਤੁਸੀਂ ਆਪਦੇ ਫਾਦਰ ਸਾਹਿਬ ਨੂੰ ਬਹੁਤ ਚੇਤਾ ਕੀਤਾ,
ਹਨਾ ਜੀ, ਕਿ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਤੁਹਾਡੇ ਮੰਮੀ ਦੱਸ ਰਹੇ ਸਨ ਕਿ ਉਹਨਾਂ ਨੂੰ ਸੀਗਾ ਕਿ ਤੁਸੀਂ ਉਹ ਤੁਹਾਨੂੰ ਕਿਸੇ ਮੁਕਾਮ ਦੇ ਉੱਤੇ ਵੇਖਣਾ ਚਾਹੁੰਦੇ ਸਨ, ਤੇ ਅੱਜ ਤੁਸੀਂ ਉਹਨਾਂ ਦੀ ਤਸਵੀਰ ਦੇ ਨਾਲ ਵੀ ਗੱਲਾਂ ਕੀਤੀਆਂ ਨਾ। ਜੀ ਬਿਲਕੁਲ ਦੀਦੀ, ਇਹ ਇਟ ਵਾਸ ਕੁਆਇਟ ਨੋਸਟੈਲਜਿਕ ਫॉर ਮੀ। ਅਗਰ ਮੈਂ ਪਿੱਛੇ 2017 ਤੋਂ ਪਾਰਟਿਕੂਲਰਲੀ 19 ਨੂੰ ਮੈਂ ਯਾਦ ਕਰਦਾ, when he was passing through a very critical stage. And even in those times of critical stage, when somebody asked him ਕਿ ਤੁਸੀਂ ਕੀ ਚਾਹੁੰਦੇ ਹੋ, ਮੁੰਡੇ ਦਾ ਵਿਆਹ ਕਰਵਾ ਦਿੱਤਾ ਜਾਏ, ਤੁਸੀਂ ਬੜੇ ਇਲ ਹੋ, ਡਾਕਟਰ ਨੇ ਜਵਾਬ ਦੇ ਦਿੱਤਾ, he says ਨਹੀਂ, ਮੈਂ ਇਹਦਾ ਵਿਆਹ ਨਹੀਂ ਚਾਹੁੰਦਾ। He should continue, he should drive his passion, he should become what he wants to be. I don't want to get him married. ਇਹ ਚੀਜ਼ ਮੈਨੂੰ ਇਹ ਦੱਸਦੀ ਸੀ ਉਸ ਵਕਤ ਕਿ ਨਹੀਂ, ਇਹ ਇਸ ਸਟੇਜ ਵਿੱਚ ਵੀ ਅਗਰ ਇੱਕ ਫਾਦਰ ਚਾਹੇ ਕਰਦਾ ਹੈ ਕਿ ਮੈਂ ਪੁੱਤਰ ਨੂੰ ਉੱਥੇ ਦੇਖਾਂ, ਅਨਫੋਰਚੂਨੇਟਲੀ ਮੈਂ ਉਹਨਾਂ ਨੂੰ ਇਨ ਬਿਟਵੀਨ ਦ ਜਰਨੀ ਉਹਨਾਂ ਨੂੰ ਖੋ ਦਿੱਤਾ। ਉਹ ਚੀਜ਼ ਮੈਨੂੰ ਅੱਜ ਬੜੀ ਹੁੰਦੀ, ਅੱਜ ਅਗਰ ਅੱਜ ਹੁੰਦੇ, ਮੈਂ ਬਾਹਰ ਜਾਂਦਾ, ਲੋਕ ਮੈਨੂੰ ਪੁੱਛਦੇ ਕਿ ਤੁਹਾਡੇ ਫਾਦਰ ਸਾਹਿਬ ਇਸ ਤਰ੍ਹਾਂ ਬੋਲਦੇ ਹੁੰਦੇ ਸਨ, ਤੇ ਮੈਨੂੰ ਇੱਕ ਚੀਜ਼ ਦਾ ਦੁੱਖ ਹੈ, ਅਕਾਲ ਪੁਰਖ ਦਾ ਭਾਣਾ ਹੈ, ਉਹ ਬਰਤੋਨਾ ਹੈ, ਨੋਬਡੀ ਇਜ਼ ਇਮੋਰਟਲ। ਬਟ ਇੱਕ ਚੀਜ਼ ਦੀ ਖੁਸ਼ੀ ਹੈ ਕਿ ਚਲੋ ਜੋ ਉਹਨਾਂ ਦੀ ਵਿਜ਼ਨ ਸੀ, ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਦੀ ਗੱਲਬਾਤ ਸੀ, ਉਹਨੂੰ ਮੈਂ ਕਿਤੇ ਨਾ ਕਿਤੇ ਜ਼ਿੰਦਾ ਰੱਖਾਂਗਾ ਅੱਗੇ ਵੀ। ਜੀ ਬਿਲਕੁਲ, ਬਹੁਤ ਵਧੀਆ। ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਇਹ ਕਹਿੰਦੇ ਹੁੰਦੇ ਸਰੀਰਕ ਤੌਰ ਦੇ ਉੱਤੇ ਭਾਵੇਂ ਕੋਈ ਤੁਹਾਡੇ ਵਿਚਕਾਰੋਂ ਚਲਾ ਜਾਏ, ਲੇਕਿਨ ਅਗਰ ਉਹ ਤੁਹਾਡੀਆਂ ਯਾਦਾਂ ਦੇ ਵਿੱਚ ਹੈ ਨਾ, ਤੁਹਾਡੀ ਸੋਚ ਦੇ ਵਿੱਚ ਹੈ, ਤੁਸੀਂ ਉਹਨਾਂ ਨੂੰ ਲਾ ਜ਼ਿੰਦਗੀ ਜਿੰਦਾ ਰੱਖ ਸਕਦੇ ਹੋ ਆਪਦੇ ਵਿਚਾਰਾਂ ਦੇ ਰਾਹੀਂ। ਕਿਉਂਕਿ ਦੇਖੋ, ਤੁਹਾਡੇ ਪਿਤਾ ਜੀ ਦੇ ਨਾਮ ਤੋਂ ਅੱਜ ਤੁਸੀਂ ਇੱਕ ਕੇਸ ਕਲੀਅਰ ਕੀਤਾ ਹੈਗਾ, ਤੁਹਾਡੇ ਨਾਮ ਤੋਂ ਗੋਲ ਗੁਜਰਾਲ ਨੂੰ ਜਾਣਿਆ ਜਾਂਦਾ ਹੈ, ਲੇਕਿਨ ਤੁਹਾਨੂੰ ਹਮੇਸ਼ਾ ਹੀ ਸਾਰੀ ਜ਼ਿੰਦਗੀ ਤੁਹਾਡੇ ਪਿਤਾ ਜੀ ਦੇ ਨਾਮ ਤੋਂ ਹੀ ਜਾਣਿਆ ਜਾਵੇਗਾ, ਹਨਾ। ਕਿ ਇਹ ਅੱਜ ਅਗਰ ਤੁਸੀਂ ਮਹਿਸੂਸ ਕਰਦੇ ਹੋ ਤਾਂ ਪਰਿਵਾਰ ਇਹ ਮਹਿਸੂਸ ਕਰਦਾ ਹੁੰਦਾ ਵੀ ਉਹ ਕਿਤੇ ਬੈਠੇ ਨੇ ਔਰ ਤੁਹਾਨੂੰ ਵੇਖ ਵੀ ਰਹੇ ਹੋਣਗੇ। ਬਿਲਕੁਲ ਕਹਿੰਦੇ ਨੇ ਕਿਉਂਕਿ ਇਹ ਤੁਹਾਡੀਆਂ ਇੰਟਰਨਲ ਫੀਲਿੰਗਸ ਹੈਗੀਆਂ, ਆਪਾਂ ਪਰਿਵਾਰਾਂ ਵਾਲੇ ਆ, ਔਰ ਇਸ ਚੀਜ਼ ਨੂੰ ਮੈਂ ਇੱਕ ਚੀਜ਼ ਜ਼ਰੂਰ ਮੈਂ ਔਨ ਕੈਮਰਾ ਬੋਲਾਂਗਾ ਕਿ ਕਿਉਂਕਿ ਸਾਡੀ ਇੱਕ ਬੜੀ ਇੱਕ ਨਾ ਔਨ ਨਿਟ ਫੈਮਿਲੀ ਹੈ। ਆਈ ਐਮ ਬੇਸਿਕਲੀ ਦ ਰਿਫਿਊਜੀ, ਅਸੀਂ POK ਤੋਂ ਹਾਂ, ਨਾਓ ਇਨ ਪਾਕਿਸਤਾਨ ਆਕਿਊਪਾਈਡ ਕਸ਼ਮੀਰ ਜੀ, ਪਾਰਟਿਕੂਲਰਲੀ ਇਨ ਦ ਪੁੰਛ, ਕਿਉਂਕਿ ਪੁੰਛ ਪ੍ਰਿੰਸੀਪੈਲਿਟੀ ਬੜੀ ਵੱਡੀ ਸੀ, ਇੱਕ ਪਾਕਿਸਤਾਨ ਦੇ ਕੋਲ ਹੈ, ਇੱਕ ਸਾਡੇ ਕੋਲ ਹੈ। ਤੇ ਮੇਰੇ ਜਿੰਨੇ ਵੀ ਤਾਏ ਚਾਚੇ ਸਨ, ਕਿਉਂਕਿ ਪਹਿਲੇ ਬੜਾ ਪਿਆਰ ਇਤਫਾਕ ਹੁੰਦਾ ਸੀ, ਵੈਨਐਵਰ ਦ ਰਿਜ਼ਲਟ ਕੇਮ, ਉਹ ਕਹਿੰਦੇ ਸਨ ਕਿ ਉੱਪਰ ਵਾਲੇ ਫੁੱਲ ਬਰਸਾਏ ਕਰਦੇ ਨੇ। ਜਿਲੇ ਰਿਜ਼ਲਟ ਆਣਾ, ਉਹਨਾਂ ਨੇ ਮੈਨੂੰ ਕਹਿਣੀ, ਮੈਨੂੰ ਨਹੀਂ ਪਤਾ ਸੀ ਕਿ ਮੇਰੇ ਫਾਦਰ ਵੀ ਇੱਕ ਫੁੱਲ ਬਣ ਕੇ ਅੱਜ ਉਹ ਵੀ ਬਰਸੇ ਕਰਦੇ ਨੇ ਉੱਪਰ। ਸ਼ਾਇਦ ਹਰ ਦਿਨ ਫੁੱਲ ਵਧੇ ਕਰਦੇ ਸਨ, 3 ਤੋਂ ਫੁੱਲ 4 ਹੋਏ, ਅੱਜ 5 ਫੁੱਲ ਹੋ ਗਏ ਨੇ ਸਾਰੀ ਫੈਮਿਲੀ 'ਚ। ਜੀ ਬਹੁਤ ਵਧੀਆ। ਅਗਰ ਤੁਸੀਂ ਇਦਾਂ ਬਲੇਸਿੰਗਸ ਨਾਲ ਲੈ ਕੇ ਚੱਲਦੇ ਹੋਏਗੇ ਹੋ, ਆਪਦੀਆਂ ਰੂਟਸ ਦੇ ਨਾਲ ਜੁੜੇ ਰਹਿਣਾ ਵੀ ਵੀਰ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਕਿਸੇ ਵੀ ਮੁਕਾਮ ਦੇ ਉੱਤੇ ਪਹੁੰਚੋ, ਅਗਰ ਤੁਸੀਂ ਘਰ ਦੇ ਮੈਂਬਰਾਂ ਦੀ ਕਦਰ ਕਰਦੇ ਹੋ, ਸਭ ਤੋਂ ਵੱਡਾ ਤੁਹਾਡਾ ਜਿਹੜਾ ਜ਼ਿੰਦਗੀ ਦਾ ਕਹਿ ਸਕਦੇ ਗਹਿਣਾ ਹੈਗਾ। ਤੇ ਵੀਰ ਜੀ, ਜਿੱਦਾਂ ਤੁਸੀਂ ਕਿਹਾ ਕਿ 10 ਸਾਲ ਲੱਗ ਗਏ ਤੁਹਾਨੂੰ ਇਸ ਮੁਕਾਮ ਨੂੰ ਹਾਸਿਲ ਕਰਨ ਦੇ ਵਿੱਚ, ਕਿਆ ਕਦੀ ਦਿਲ ਟੁੱਟਿਆ ਵੀ ਸੀਗਾ ਅੰਦਰੋਂ? ਬੜੀ ਵਾਰੀ ਦੀਦੀ ਇਸ ਤਰ੍ਹਾਂ ਹੋਇਆ ਕਿ ਇਸ ਪ੍ਰੋਸੈਸ ਵਿੱਚ ਰਾਈਟ ਫਰੋਮ 2013 ਮੈਂ ਇਹ ਜਰਨੀ ਸ਼ੁਰੂ ਕੀਤੀ। ਉਸਦੇ ਵਿੱਚ ਹੈ ਕਿਉਂਕਿ ਮੈਂ ਇੱਕ ਮੈਰੀਟੋਰੀਅਸ ਸਟੂਡੈਂਟ ਰਿਹਾ ਥਰੂ ਆਊਟ ਮਾਈ ਸਕੂਲ ਲਾਈਫ, ਥਰੂ ਮਾਈ ਕਾਲਜ ਲਾਈਫ, ਆਈ ਵਾਜ਼ ਰਿਮੇਨ ਦ ਟੌਪਰ। ਬਟ ਮੈਨੂੰ ਨਹੀਂ ਪਤਾ ਸੀ ਕਿ ਜੋ ਚੀਜ਼ ਮੈਂ ਸਕੂਲਿੰਗ ਵਿੱਚ ਬੜੀ ਈਜ਼ੀਲੀ ਅਚੀਵ ਕਰ ਲੈਂਦਾ, ਇਸ ਜਰਨੀ ਮੈਨੂੰ ਇਹ 10 ਸਾਲ ਡਿਮਾਂਡ ਕਰੇਗੀ। ਸ਼ਾਇਦ ਅਗਰ ਇਹ ਪਹਿਲੇ ਪਤਾ ਹੁੰਦੀ ਸ਼ਾਇਦ ਮੈਂ ਵੀ ਡਰ ਜਾਂਦਾ, ਲੇਕਿਨ ਦ ਬਿਊਟੀ ਆਫ ਫਿਊਚਰ ਲਾਈਜ਼ ਇਨ ਅਨਸਰਟੇਨਿਟੀ। ਸ਼ਾਇਦ ਅਗਰ ਸਾਨੂੰ ਫਿਊਚਰ ਪਤਾ ਹੋਏ ਤੇ ਅਸੀਂ ਲੜ ਕੇ ਮਰ ਜਾਈਏ। ਫਿਊਚਰ ਦੀ ਬਿਊਟੀ ਇਹ ਹੈ ਕਿ ਉਹ ਪਤਾ ਨਹੀਂ ਹੈ। ਜੀ ਬਿਲਕੁਲ। ਨਹੀਂ, ਤੁਹਾਨੂੰ ਕਿਉਂ ਇਸ ਜ਼ਹਿਨ ਦੇ ਵਿੱਚ ਇੱਕ ਹੀ ਚੀਜ਼ ਗੋਲ ਲੈ ਕੇ ਚੱਲੇ ਸੀਗੇ? ਤੁਹਾਡਾ ਜ਼ਿੰਦਗੀ ਦਾ ਇੱਕ ਮਕਸਦ ਸੀ ਕਿ KSC ਕਰਨੀ ਆ, ਕਿਸੇ ਹੋਰ ਟਰੈਕ ਤੇ ਜਾਣਾ ਹੀ ਨਹੀਂ? ਇਹ ਜਿਹਦੀ ਮੈਨੂੰ ਆਫਟਰ ਬਿਕੋਜ਼ 12th ਮੈਂ ਗ੍ਰੈਜੂਏਸ਼ਨ ਕੀਤੀ ਮਕੈਨੀਕਲ ਇੰਜੀਨੀਅਰਿੰਗ ਵਿੱਚ। ਉਸ ਤੋਂ ਬਾਅਦ ਫਿਰ ਮੇਰਾ ਪੋਸਟ ਗ੍ਰੈਜੂਏਸ਼ਨ ਹੋਇਆ ਪਬਲਿਕ ਐਡਮਿਨਿਸਟ੍ਰੇਸ਼ਨ ਫਰੋਮ ਦਿੱਲੀ ਯੂਨੀਵਰਸਿਟੀ। ਦੈਨ ਫਿਰ ਮੇਰਾ NET JRF ਜਿਹੜਾ ਹੈ ਇਨ ਦ ਸੇਮ ਫੀਲਡ ਪਬਲਿਕ ਐਡਮਿਨਿਸਟ੍ਰੇਸ਼ਨ। ਆਈ ਆਲਸੋ ਡਿਡ ਮਾਸਟਰਸ ਇਨ ਇਕਨੋਮਿਕਸ। ਬਟ ਆਫ ਲੇਟ ਇਹਨਾਂ ਸਭ ਕਰਨ ਤੋਂ ਬਾਅਦ ਥੋੜੀ ਦੇਰ ਮੈਂ ਦਿੱਲੀ ਵਿੱਚ ਪ੍ਰਾਈਵੇਟ ਸੈਕਟਰ ਦੀ ਜੌਬ ਕੀਤੀ। ਫਿਰ ਮੈਨੂੰ ਕਿਤੇ ਲੱਗਿਆ ਕਿ ਪ੍ਰਾਈਵੇਟ ਸੈਕਟਰ ਵਿੱਚ ਇਹ ਸਭ ਜੌਬ ਕਰਨ ਤੋਂ ਬਾਅਦ ਤੁਸੀਂ ਕੁਝ ਬਹੁਤ ਵੱਡੀ ਕੰਟਰੀਬਿਊਸ਼ਨ ਕਿਸੇ ਦੀ ਜ਼ਿੰਦਗੀ 'ਚ ਨਹੀਂ ਲਿਆ ਸਕਦੇ ਅਪਾਰਟ ਫਰੋਮ ਮੋਨੀਟਰੀ ਕਨਸੀਡਰੇਸ਼ਨ। ਬਟ ਜ਼ਰੂਰੀ ਨਹੀਂ ਹੈ ਸਮਾਜ ਨੂੰ ਸਿਰਫ ਪੈਸੇ ਦੀ ਜ਼ਰੂਰਤ ਹੋਏ, ਜਜ਼ਬਾਤਾਂ ਦੀ ਜ਼ਰੂਰਤ ਹੁੰਦੀ ਹੈ, ਹੀਲਿੰਗ ਟੱਚ ਦੀ ਜ਼ਰੂਰਤ ਹੁੰਦੀ ਹੈ। ਉਹ ਸ਼ਾਇਦ ਕਿਧਰੇ ਨਾ ਕਿਧਰੇ ਪ੍ਰਾਈਵੇਟ ਸੈਕਟਰ ਵਾਲੇ ਕੋਲ ਉਨੀ ਸਪੇਸ ਨਹੀਂ ਹੈ। ਫਿਰ ਮੇਰਾ ਜਿਹੜਾ ਇੱਕ ਇਨਕਲੀਨੇਸ਼ਨ ਸੀ ਉਹ ਸਿਵਲ ਸਰਵਿਸਿਜ਼ ਦੀ ਤਰਫ ਜਿਹੜਾ ਹੈ ਉਹ ਆ ਗਿਆ। ਜੀ ਬਹੁਤ ਵਧੀਆ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਸਾਂਝੀ ਕਰਨਾ ਚਾਹਾਂਗੀ, ਭਾਵੇਂ ਇਹਨਾਂ ਨੇ KS ਹੁਣ ਕੁਆਲੀਫਾਈ ਕੀਤਾ ਹੈਗਾ, ਲੇਕਿਨ ਇਹਨਾਂ ਦੇ ਬਹੁਤ ਸਾਰੇ ਪੜ੍ਹਾਏ ਸਟੂਡੈਂਟਸ KS ਕੁਆਲੀਫਾਈ ਕਰ ਚੁੱਕੇ ਨੇ। ਮੈਨੂੰ ਨਾ ਤੁਹਾਡੇ ਫੈਮਿਲੀ ਨਾਲ ਗੱਲ ਕਰਕੇ ਪਤਾ ਚੱਲਿਆ। ਤੇ ਇਹ ਨਹੀਂ ਸੋਚਦੇ ਕਿ ਤੁਸੀਂ ਬੜਿਆਂ ਦਾ ਭਲਾ ਕਰਨਾ, ਜੇ ਤੁਸੀਂ ਪਹਿਲਾਂ ਕਰ ਜਾਂਦੇ ਨਾ ਫਿਰ ਤੁਸੀਂ ਕਰਨਾ ਨਹੀਂ ਸੀ, ਹਨਾ।
ਕਿ ਇਹ ਕਿਵੇਂ ਦੇਖਦੇ ਹੋ ਕਿ ਸ਼ਾਇਦ ਮੇਰਾ ਇੱਕ ਨੇਚਰ ਐਸਾ ਰਿਹਾ ਕਿ ਮੈਨੂੰ ਅਗਰ ਕਿਸੇ ਨੇ ਹੈਲਪ ਮੰਗੀ ਤੇ ਮੇਰੇ ਕੋਲ ਅਗਰ ਕਿਸੇ ਨੇ ਮਤਲਬ ਹਾਫ ਹੈਲਪ ਮੰਗੀ ਮੈਂ ਡਬਲ ਕੀਤੀ। ਤੇ ਉਹੀ ਕਾਰਨ ਸੀ ਕਿ ਅੱਜ ਮੇਰੇ ਸਟੂਡੈਂਟਸ ਜਿਹੜੇ ਨੇ ਉਹ ਵੀ ਹੁੰਦੇ ਨੇ ਤੇ ਮੈਂ ਵੀ ਉੱਥੇ ਹੀ ਹਾਂ। ਟੂ ਅ ਸੈਂਸ ਥੋੜਾ awkward ਜ਼ਰੂਰ ਲੱਗਦਾ ਬਟ ਪ੍ਰਾਊਡ ਵੀ ਫੀਲ ਹੁੰਦਾ ਨਾਲ ਹੀ ਨਹੀਂ ਤੁਸੀਂ ਇਹ ਨਹੀਂ ਸੋਚੋ, ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਤੁਸੀਂ ਇਕੱਲੇ ਕੇਐਸ ਕੁਆਲੀਫਾਈ ਨਹੀਂ ਕੀਤਾ, ਪਿੱਛੇ ਲਾਈਨ ਦੇਖ ਲਓ, ਤੁਸੀਂ ਖੁਦ ਖੜੇ ਹੋ ਕੇ ਦੇਖੋ ਕਿ ਕਿੰਨਿਆਂ ਨੂੰ, ਜਿਵੇਂ ਸਾਡੇ ਵਰਗੇ ਪੰਜਾਬੀ ਦੇ ਵਿੱਚ ਉਦਾਹਰਨ ਦਿੰਦੇ ਨੇ ਕਿ ਲੱਕੜ ਦੇ ਨਾਲ ਚਲੋ ਮੇਖ ਵੀ ਤਰ ਜਾਂਦੀ ਹੈ ਤੇ ਉਹ ਜ਼ਰੂਰ ਤੁਸੀਂ ਇੱਕ ਸੁਸਾਇਟੀ ਨੂੰ ਦਿੱਤਾ ਹੈਗਾ। 10 ਸਾਲ ਤੁਸੀਂ ਇਹ ਨਾ ਸੋਚੋ ਤੁਹਾਡੇ ਗਏ ਨੇ, 10 ਸਾਲ ਰੱਬ ਨੇ ਤੁਹਾਡੇ ਕਿਸੇ ਹੋਰ ਲੇਖੇ ਲਾਏ ਨੇ ਕਿ ਐਸਾ ਨਹੀਂ ਆਪਾਂ ਕਹਿ ਸਕਦੇ ਕਿ ਤੁਸੀਂ ਉਹਨਾਂ ਨੂੰ ਬਿਲਕੁਲ। ਮੈਂ ਦੀਦੀ ਮੈਂ ਇਸ ਚੈਨਲ ਤੇ ਵੀ ਬੋਲਾਂਗਾ, ਕਿਸੇ ਨੂੰ ਮੇਰੀ ਐਡਵਾਈਸ ਸੀ, ਮੇਰੀ ਅਗਰ ਮੇਰੇ ਨਾਲ ਮਿਲਨ ਨਾ ਹੋਏ ਔਰ ਜੋ ਜਰਨੀ ਵਿੱਚ ਮੈਂ ਆਪਣੀ ਲੈਵਲ ਉੱਪਰ ਗਲਤੀਆਂ ਕੀਤੀਆਂ, ਅਗਰ ਮੈਂ ਕਿਸੇ ਦੇ ਕੰਮ ਆ ਸਕਾਂ ਤੇ ਮੋਸਟ ਵੈਲਕਮ। I can be accessible to anyone who tries to get his journey smooth at least. ਅੱਛਾ ਵੀਰ ਜੀ, ਹੁਣ ਕਿੱਦਾਂ ਦਾ ਫੀਲ ਮਤਲਬ ਹੁਣ ਲਾਸਟ ਦਾ ਪੁੱਛ ਹੀ ਲੈਣੀ ਆ ਕਿਉਂਕਿ ਮੇਰੇ ਜ਼ਿਹਨ ਦੇ ਵਿੱਚ ਇਹ ਸਵਾਲ ਆ ਰਿਹਾ ਹੈਗਾ। ਆਪਾਂ ਤੁਸੀਂ ਕਿਹਾ ਕਿ ਏਟੀਐਮ ਦੇ ਸਾਹਮਣੇ ਮੇਰਾ ਘਰ ਹੈਗਾ, ਤੁਸੀਂ ਪੁੱਛ ਲਿਓ, ਲੇਕਿਨ ਮੈਂ ਉਹ ਨਹੀਂ ਪੁੱਛਿਆ। ਮੈਂ ਪੁੱਛਿਆ ਕਿ ਜਿਨ੍ਹਾਂ ਨੇ ਹੁਣ ਕੇਐਸ ਕੁਆਲੀਫਾਈ ਕੀਤਾ ਉਹਨਾਂ ਦਾ ਘਰ ਕਿੱਥੇ ਆ ਫਿਰ ਮੈਨੂੰ ਦੱਸਤਾ ਉਹਨਾਂ ਨੇ। ਤੇ ਹੁਣ ਕੇਐਸ ਆਫੀਸਰ ਨੇ ਜਿਹੜੇ, ਉਹਨਾਂ ਦਾ ਸੁਭਾਅ ਆਪਦੀ ਕੁਰਸੀ ਤੇ ਬਹਿਣ ਦੇ ਬਾਅਦ ਇਹੀ ਰਹੂਗਾ ਕਿ ਹੋ ਜਾਊਗਾ? ਹਾਂ, ਇੱਕ ਚੀਜ਼ ਹੈ, ਮੇਰੀ ਜਿਹੜੀ ਪਰਸਨਲ ਸਪੇਸ ਹੈ ਉਹਦੇ ਵਿੱਚ ਮੇਰੇ ਕੁਝ ਇੰਟਰਸਟ ਹਨ। ਪਾਰਟਿਕੂਲਰਲੀ ਮੈਨੂੰ ਸ਼ੇਰੋ ਸ਼ਾਇਰੀ ਦਾ ਕਾਫੀ ਮੈਨੂੰ ਉੱਥੇ ਮੇਰੀ ਸਪੇਸ ਹੈ ਥੋੜੀ ਜੀ, ਮੈਂ ਲਿਖਦਾ ਹਮੇਸ਼ਾ। ਤੇ ਫਿਰ ਕੁਝ ਸ਼ਾਇਰੀ ਚ ਸੁਣਾ ਹੀ ਦਿਓ ਅਜੇ ਵੀ। ਹੁਣ ਦੇਖੋ, ਮੈਨੂੰ ਵੈਸੇ ਮੈਨੂੰ ਥੋੜਾ ਦੇਖਣਾ ਪਏਗਾ ਕਿਉਂਕਿ ਮੈਂ ਕੱਲ ਹੀ ਲਿਖਿਆ ਸੀ। ਇੱਕ ਚੀਜ਼ ਮੈਂ ਜ਼रूर लिखी है कि कहते इस दुनिया में हर किसी को मुकम्मल जहां नहीं मिलता, कहीं जमीन मिलती है तो कहीं आसमां नहीं मिलता, मिलता है मगर हर किसी को कुछ ना कुछ जिनके हाथों और पाँव में ना नहीं होती, जिनकी मंजिलों में उड़ान होती है, जिनके पंखों की पहचान होती है, उनको मुकद्दर का सिकंदर भला बनने से कौन रोक पाया है। ये ਤੁਸੀਂ ਆਪਦੇ ਤੇ ਲਿਖਿਆ? ये मैं बट जनरली अप्लाई हो जाएगा व्यूअर्स ऊपर भी। ਲੇਕਿਨ ਲਿਖਿਆ ਤੁਸੀਂ ਆਪਣੇ ਤੇ, ਫਿਰ 10 ਸਾਲ ਪਿੱਛੇ ਦੇਖਿਆ, ਫਿਰ ਆ ਕੇ ਅਖੀਰ ਦੇ ਉੱਤੇ ਲਿਖਿਆ, ਹਨਾ। ਬਹੁਤ ਵਧੀਆ, ਬੜਾ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਆਪਾਂ ਇਸ ਪਰਿਵਾਰ ਦੇ ਵਿੱਚ ਵੀ ਬੈਠੇ ਨਾ, ਇੰਨੀ ਪੋਜ਼ਿਟਿਵਿਟੀ ਹੈ ਨਾ ਇਸ ਪਰਿਵਾਰ ਦੇ ਵਿੱਚ। ਤੇ ਤੁਹਾਡੇ ਨਾ ਮਾਤਾ ਜੀ ਨਾਲ ਗੱਲ ਕਰਦੇ ਆ, ਕਿਉਂਕਿ ਇਹਨਾਂ ਨੂੰ ਤੁਸੀਂ ਨਾਲ ਦੀ ਨਾਲ ਜਿੰਨਾ ਕੁਝ ਤੁਸੀਂ ਫੇਸ ਕੀਤਾ ਨਾ, ਉਹਨਾਂ ਨੇ ਤੁਹਾਡੇ ਨਾਲ ਕੀਤਾ। एक चीज है दीदी, मैं ये जरूर बोलना चाहूंगा कि सो क्यों मंदा आखिए जित जन्मे राजान, औरत ਦਾ ਬਹੁਤ ਵੱਡਾ ਹੈ। ਮੈਂ ਇਹ ਸਮਝਦਾ ਕਿ ਮੇਰੇ ਨਾਲ ਇੱਕ ਲੇਡੀ ਲੱਕ ਦਾ ਜਿਹੜਾ ਫੈਕਟਰ ਹੈ ਬਹੁਤ ਵੱਡਾ ਰਿਹਾ। ਮੇਰੀ ਮਦਰ, ਮੇਰੀ ਸਿਸਟਰਸ ਦਾ ਬਹੁਤ ਜ਼ਿਆਦਾ ਸਪੋਰਟ ਰਿਹਾ। ਸ਼ਾਇਦ ਇਹ ਜਰਨੀ ਮੇਰੇ ਵਾਸਤੇ ਇੰਪੋਸੀਬਲ ਹੋ ਜਾਂਦੀ। ਬੜੀ ਵਾਰੀ ਐਸਾ ਹੋਇਆ ਕਿ ਆਈ ਮਿਸ ਦ ਲਿਸਟ ਬਾਈ 1 ਮਾਰਕ, by 0.5, by 2, sometimes even in points. But ਇਹ ਸੀ ਕਿ ਇਹਨਾਂ ਨੇ ਮੈਨੂੰ ਬੋਲਿਆ ਕਿ ਨਹੀਂ, ਹੁਣ ਤੂੰ ਦੇਖੇਦਾ, you have this, you cannot spoil down, you cannot sit down, you have to get up. ਉਹ get up ਕਰਦੇ ਜਿਹੜਾ ਮੈਂ ਅੱਜ ਇੱਥੇ ਤੱਕ ਜਿਹੜਾ ਚੱਲ ਪਾਇਆ। ਬਿਲਕੁਲ, ਜਿੱਥੇ ਬਿਠਾਉਣਾ ਸੀ ਉੱਥੇ ਬਿਠਾ ਹੀ ਲਿਆ ਪਰਿਵਾਰ ਨੇ। ਇਹ ਬਹੁਤ ਵਧੀਆ ਲੱਗਿਆ ਔਰ ਬਹੁਤ ਸੋਹਣਾ ਮੈਸੇਜ ਵੀ ਤੁਹਾਡੇ ਰਾਹੀਂ ਜਿਹੜਾ ਸਾਡੇ ਵਿਊਵਰਸ ਤੱਕ ਪਹੁੰਚਿਆ ਹੈਗਾ। ਤਾਂ ਮੈਂ ਚਾਹਾਂਗੀ ਕਿ ਤੁਸੀਂ ਮਾਈਕ ਨਾ ਉਹ ਆਂਟੀ ਜੀ ਨੂੰ ਵੀ ਜ਼ਰੂਰ ਦਿਓ, ਮੈਂ ਉਹਨਾਂ ਤੋਂ ਵੀ ਜਾਣਾਂਗੀ। ਜੀ ਆਂਟੀ ਜੀ, ਹੁਣ ਤੁਹਾਡੇ ਵੱਲ ਨੂੰ ਆਉਂਦੇ ਆ। 10 ਸਾਲ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਹਨਾ। ਤੁਹਾਡੀ ਕਿੰਨੀ ਕੁ ਮਿਹਨਤ ਰਹੀ ਆ ਨਾਲ ਤੁਸੀਂ ਕਿੰਨਾ ਜਾਗੇ ਹੋ? ਜਦੋਂ ਤੁਸੀਂ ਇਹਨਾਂ ਨੂੰ ਜਾਗਦੇ ਦੇਖਦੇ ਸੀ, ਅੱਖ ਖੁੱਲਦੀ ਸੀ, ਫਿਰ ਏਦਾਂ ਲੱਗਦਾ ਕਿ ਹਲੇ ਵੀ ਪੜ੍ਹੀ ਜਾ ਰਿਹਾ? ਜਾਗਦਾ ਸੀ, ਮੈਨੂੰ ਬੜਾ ਦੁੱਖ ਲੱਗਦਾ ਸੀ। ਮੈਨੂੰ ਕਹਿੰਦੀ ਸੋ ਨਹੀਂ ਸੀ ਸੌਂਦਾ, ਫਿਰ ਕਈ ਵਾਰੀ ਨਾ ਨੀਂਦਰ ਪਏ, ਫਿਰ ਮੈਂ ਤੇਲ ਦੇ ਸਿਰ ਚ ਪਾ ਕੇ ਚੱਸਾਂ ਦੇਖਿਆ ਨਹੀਂ ਕਿਸੇ ਦਾ ਨੀਂਦਰ ਪਏ, ਨੀਂਦਰ ਨਾ ਪਏ, ਬੜਾ ਤੜਫਾ। ਮੈਂ ਕਰ ਦਿਆਂਗਾ ਥੋੜਾ, ਮੈਂ ਆਡੀਅנס ਉਸੇ ਕਿ ਮੇਰੀ ਮਦਰ ਨੂੰ ਸਭ ਤੋਂ ਜ਼ਿਆਦਾ ਇੱਕੋ ਪ੍ਰੋਬਲਮ ਹੁੰਦੀ ਸੀ ਕਿ ਮੇਰੇ ਮੁੰਡੇ ਨੂੰ ਨੀਂਦ ਆਈ ਹੈ ਕਿ ਨਹੀਂ। ਹਾਂ, ਉਹ ਦੇਖਦੀ ਨਾ, ਦਰਵਾਜ਼ਾ ਖੋਲ ਕੇ ਦੇਖੋ ਇਹਦੀ ਸੌਣ ਦੀ ਆਵਾਜ਼ ਆਈ ਕਰਦੀ ਹੈ, ਨਹੀਂ ਆਈ ਕਰਦੀ। ਮੈਂ ਸੋਏ, ਫਿਰ ਮੈਂ ਦਰਵਾਜ਼ਾ ਆਸਤੇ ਬੰਦ ਕਰ ਦਿਆਂ, ਕਿਤੇ ਸੀ ਨੀਂਦ ਪੂਰੀ ਹੋ ਜਾਏ, ਕਿਤੇ ਮੈਂ ਕੋਈ ਆਵਾਜ਼ ਨਾ ਕਰਾਂ ਬਾਹਰ। ਹੁਣ ਤੁਸੀਂ ਵੀ ਆਰਾਮ ਨਾਲ ਨੀਂਦ ਲੈਣੀ ਆ ਔਰ ਇਹਨਾਂ ਨੇ ਵੀ। ਅੱਜ ਮੈਂ ਬੜੀ ਖੁਸ਼ ਹਾਂ, ਵਾਹਿਗੁਰੂ ਦਾ ਬੜਾ ਸ਼ੁਕਰ ਅਦਾ ਕਰਦੀ ਹਾਂ ਕਿ ਇਸ ਦੀ ਮਿਹਨਤ ਇਸ ਤੇ ਝੋਲੀ ਵਿੱਚ ਪਾਈ। ਬਿਲਕੁਲ, ਬੜੀ ਖੁਸ਼ ਆਈ ਮੈਂ ਇਸ ਤੇ ਆਫਿਸ ਜਦੋਂ ਕਰਕੇ। ਟੈਨਸ਼ਨ ਦੂਰ ਹੋ ਗਈ ਮੇਰੀ। ਜਦੋਂ ਟੈਨਸ਼ਨ ਲੈਂਦੇ ਸੀ ਫਿਰ ਤੁਸੀਂ ਬਹੁਤ ਟੈਨਸ਼ਨ ਲੈਂਦੇ ਹੋ? ਬੜੀ ਟੈਨਸ਼ਨ ਹੁੰਦੀ ਸੀ ਮੈਨੂੰ, ਕਿਸੇ ਵੇਲੇ ਉਸ ਪਾਸੇ ਧਿਆਨ ਜਾਂਦਾ ਸੀ ਨਾ,
ਬਹੁਤ ਟੈਨਸ਼ਨ ਹੁੰਦੀ ਸੀ ਮੈਂ ਕਿਹਾ ਇਸ ਦਾ ਕੀ ਬਣੇਗਾ ਇੰਨੇ ਸਾਲ ਹੋ ਗਏ ਏਜ ਵੀ ਨਿਕਲਦੀ ਪਈ ਹੈ ਬੜਾ ਜੀ। ਮੁਸ਼ਕਲ ਜੀ ਔਰ ਤੁਸੀਂ ਕਦੀ ਇਹਨਾਂ ਨੂੰ ਜਿਵੇਂ ਆਫ ਕੈਮਰਾ ਆਪਾਂ ਗੱਲ ਕਰ ਰਹੇ ਸੀਗੇ ਹਾਂਜੀ ਪੇਰੈਂਟਸ ਕਹਿੰਦੇ ਨੇ ਸਾਡੇ ਵਰਗੇ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਕਹਿੰਦੇ ਪੜ੍ਹ ਲਓ ਤੁਸੀਂ ਇਹਨਾਂ ਨੂੰ ਕਹਿੰਦੇ ਸੀ ਥੋੜਾ ਘੱਟ ਮੈਂ ਨਹੀਂ ਪੜ੍ਹ ਕਰੀ ਪਿਆ ਮੈਂ ਕਰਦੀ ਘੱਟ ਪੜ ਮੈਂ कैसा हूँ छोड़ पढ़ाई दिमाग सारा खाली कर गया मैं क्या हूँ छोड़ पढ़ाई सो थोड़ी देर ਔਰ ਸਾਡੇ ਪੇਰੈਂਟਸ ਮਤਲਬ ਅੱਜ ਕੱਲ ਦੀ ਜੇਕਰ ਪੀੜ੍ਹੀ ਦੀ ਗੱਲ ਕਰੀਏ ਅੱਜ ਕੱਲ ਕਹਿੰਦੇ ਨੇ ਉਹ ਸੋਨਾ ਬਸ ਕਰੋ ਥੋੜਾ ਪੜ੍ਹ ਪੁੜ ਵੀ ਲਓ शुरू तो लैके चलो वाहिगुरु नजर ना लाए से शुरू तो लैके इसने आज दिन तक मैं इसे पढ़ने से कभी नहीं किया खुद पढ़िया नर्सरी तो लैके इतने तक मैं नहीं कदू किया तू पढ़ जा बैठ बुका लै कभी बाहर निकलिया ही नहीं अपने गेटू बाहर नहीं निकलिया कभी ਬਿਲਕੁਲ ਇਹੀ ਚੀਜ਼ ਨਾ ਮੈਂ ਆਫ ਕੈਮਰਾ ਕਹਿ ਰਹੀ ਸੀ ਮੈਂ ਕਿਹਾ ਦੇਖੋ ਤੁਹਾਡੇ ਨਾਲ ਆਂਡ ਗੁਆਂਢ ਨਾ ਬੱਚਿਆਂ ਨੂੰ ਪੇਰੈਂਟਸ ਨੇ ਕਹਿਣਾ ਹੈ ਕਿ ਦੇਖਿਆ ਬਣੋ ਉਹਨਾਂ ਵਰਗਾ ਔਰ ਉਹੀ ਚੀਜ਼ ਪ੍ਰੈਕਟੀਕਲ ਹੋ ਰਹੀ ਸੀ ਉਹ ਉਹਨਾਂ ਨੂੰ ਬਹਿ ਕੇ ਕਹਿ ਰਹੇ ਸੁਣਿਆ ਉਹਨਾਂ ਨੇ ਕਦੇ ਨਹੀਂ ਉਹਨਾਂ ਨੂੰ ਪੜਨ ਕਹਿੰਦੇ ਸਨ ਕਿ ਤੁਹਾਡਾ ਬੇਟਾ ਕਦੀ ਬਾਹਰ ਆਪਣੇ ਚਾਰ ਦੀਵਾਰੀ ਗੇਟੂ ਬਾਹਰ ਨਿਕਲਿਆ ਨਹੀਂ ਹੈ ਕਦੀ ਮੈਨੂੰ ਕਈ ਵਾਰ ਕਹਾਂ ਬੱਚੇ ਬੈਟ ਬਾਲ ਖੇਲਦੇ ਨੇ ਤੂੰ ਵੀ ਖੇਲ ਤੇ ਹਾਈਟ ਘੱਟ ਹੈ ਨਿਕਲੇ ਉਛਲੇ ਕੁਦਲੇ ਨਹੀਂ ਨਿਕਲਿਆ ਮਤਲਬ ਘਰੋਂ ਬਾਹਰ ਨਹੀਂ ਨਿਕਲਿਆ But ਇੱਕੋ ਬਸ disclaimer है दीदी मैं इतने the message should be very straight मैं जरूर बोलांगा कि जो मैं कितना you should become smart इतना स्टूडियस होने कोई जरूरत नहीं है life should be enjoyed as well ਨਹੀਂ ਇਹ ਤੁਸੀਂ ਅਚੀਵ ਕਰ ਲਿਆ ਨਾ ਹੁਣ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਗਿਆ ਲੇਕਿਨ ਬਹੁਤ ਅੱਛਾ ਇਹ ਵੀ ਮੈਸੇਜ ਹੈਗਾ ਕਿ ਇਸ ਸਮੇਂ ਜਿਹੜਾ ਇਹ ਸਿਨੈਰੀਓ ਜਿਹੜਾ ਵਾਤਾਵਰਣ ਚੱਲ ਰਿਹਾ ਹੈਗਾ ਮਾਹੌਲ ਚੱਲ ਰਿਹਾ ਹੈਗਾ ਉਹਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਪਤਾ ਜਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਪੜ੍ਹਾਈ ਵਾਲਾ ਕਹਿੰਦੇ ਨੇ ਨਾ ਕੀੜਾ ਸੀ ਹਨਾ ਉਹ ਚਲੋ ਤੁਸੀਂ ਕੀਤਾ ਅੱਜ ਕੱਲ कैसा किताबी कीड़ा बने दा सारे ਇਹ ਗੱਲ ਕਹਿੰਦੇ ਨੂੰ 24 ਘੰਟੇ ਬਸ ਕੀੜਾ ਬਣੇ ਦਾ ਕਿਤਾਬਾਂ ਵਿੱਚ ਬੜਿਆ ਨਹੀਂ ਬਹੁਤ ਵਧੀਆ ਤੁਹਾਡੀ ਬੜੀ ਮਿਹਨਤ ਆ ਭੈਣਾਂ ਵੱਲ ਨੂੰ ਵੀ ਆਉਂਦੇ ਆ ਜਿਹੜੇ ਵੀਰ ਜੀ ਉਹਨਾਂ ਦੇ ਦੁੱਖ ਦੇ ਵੇਲੇ ਭੈਣਾਂ ਨੇ ਅਥਰੂ ਵੀ ਸਿੱਟੇ ਹੋਣੇ ਆ ਕਿ ਜਦੋਂ ਲੱਗਦਾ ਸੀਗਾ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਥੋੜੇ ਇਸ ਵਾਰੀ ਬਸ ਪੁਆਇੰਟਸ ਤੋਂ ਜਾਂ ਇੱਕ ਦੋ ਤੋਂ ਹੀ ਹੋ ਗਿਆ ਹਨਾ ਤਾਂ ਕਿੰਨਾ ਕਿਉਂਕਿ ਕਹਿੰਦੇ ਨੇ ਕਿ ਜੇਕਰ ਭਰਾਵਾਂ ਦੇ ਘਰ ਵਧੀਆ ਨੇ ਨਾ ਭੈਣਾਂ ਨੂੰ ਕੋਈ ਦੁੱਖ ਨਹੀਂ ਦਿਖਦਾ ਉਹਨਾਂ ਦੇ ਲਈ ਦੁਨੀਆ ਦਾ ਪਹਾੜ ਜਿੱਡਾ ਦੁੱਖ ਵੀ ਆ ਜਾਵੇ ਨਾ ਕੁੜੀਆਂ ਕਹਿੰਦੀਆਂ ਨੇ ਮੇਰਾ ਪਿਛਲਾ ਪਾਸਾ ਸੁਖੀ ਹੈ ਨਾ ਸਾਨੂੰ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਹੈਗੀ ਹਨਾ ਇਹਨਾਂ ਨੂੰ ਕੰਡਾ ਵੀ ਚੁੱਭਦਾ ਦਰਦ ਭੈਣਾਂ ਨੂੰ ਹੁੰਦਾ ਤੇ ਅੱਜ ਉਦੋਂ ਤਾਂ ਦੁੱਖ ਦੇ ਅੰਸੂ ਹੋਣੇ ਆ ਅੱਜ ਖੁਸ਼ੀ ਦੇ ਵੀ ਨਿਕਲੇ ਹੀ ਹੋਣੇ ਹਾਂ ਜਿਲੇ ਰਾਤ ਨੂੰ ਜਿਲੇ ਰਿਜ਼ਲਟ ਅਨਾਉਂਸ ਹੋਇਆ ਤੇ ਮੈਂ ਮਤਲਬ ਇਸ ਦੀ ਪੇਸ਼ੈਂਸ ਮਤਲਬ ਇਕੁਆਲਿਟੀ ਪੇਸ਼ੈਂਸ ਐਂਡ ਪਰਸੇਵਰੈਂਸ ਇਸ ਦੀ ਪੇਸ਼ੈਂਸ ਬੜੀ ਸੀ ਦੇਖੋ 10 ਇਅਰਸ ਇਜ਼ ਨਾਟ ਅ ਸਮਾਲ ਟਾਈਮ ਕਾਫੀ ਲੰਬਾ ਟਾਈਮ ਹੈ ਪੇਸ਼ੈਂਸ ਸੀ ਹਰ ਵਾਰ ਡਿੱਗਦਾ ਸੀ ਟੁੱਟਦਾ ਸੀ ਫਿਰ ਖੜਾ ਹੋ ਜਾਂਦਾ ਸੀ ਤਿਆਰ ਹੋ ਜਾਂਦਾ ਸੀ ਉਹ ਹੁੰਦਾ ਹੀ ਸੀ ਪਰ ਮੈਂ ਜਿਲੇ ਰਾਤ ਨੂੰ ਆਈ ਹਾਂ ਤੇ ਉਹਲੇ ਖੁਸ਼ੀ ਦੇ ਆਂਸੂ ਸਨ ਸਾਰੇ ਫਾਦਰ ਸਾਡੇ ਵਿੱਚ ਨਹੀਂ ਸਨ ਪਰ ਇੱਕ ਗੱਲ ਹੈ ਕਿ ਪੇਸ਼ੈਂਸ ਨੇ ਇਹਨੂੰ ਰਿਵਾਰਡ ਦਿੱਤਾ ਕਿਤੇ ਨਾ ਕਿਤੇ ਵਾਹਿਗੁਰੂ ਜੀ ਨੇ ਬਹੁਤ ਜ਼ਿਆਦਾ ਹੱਥ ਰੱਖਿਆ ਕਿਉਂਕਿ ਹੌਸਲਾ ਦੇਣ ਵਾਲੇ ਨਾ ਪਿੱਛੇ ਉਹੀਓ ਹੀ ਹੁੰਦੇ ਬਿਲਕੁਲ ਹੈ ਨਾ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਹੀ ਦੇਣਾ ਹੁੰਦਾ ਬਟ ਹੈ ਕਿ ਪੇਸ਼ੈਂਸ ਤੇ ਹਾਰਡ ਵਰਕ ਬਹੁਤ ਵਧੀਆ ਐਨੀ ਟਾਈਮ ਮਤਲਬ ਕਿਸੇ ਨਾ ਇਸ ਟਾਈਮ ਨਹੀਂ ਕਰੇਗਾ ਕਿਸੇ ਟਾਈਮ ਕਰੇਗਾ ਹੀ ਕਰੇਗਾ ਪਰ ਇਹਦੀ ਪੇਸ਼ੈਂਸ ਨੇ ਇਸ ਨੂੰ ਬਹੁਤ ਪੇ ਕੀਤਾ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਪੇਸ਼ੈਂਸ ਰੱਖੀਏ ਤੇ ਇੱਕ ਸਾਡੇ ਲਈ ਉਦਾਹਰਨ ਨੇ ਇਹ ਵੀਰ ਜੀ ਹੋਣੀ ਕਿ ਤੁਹਾਡੀ ਕੀਤੀ ਹੋਈ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ ਤੁਹਾਨੂੰ ਫਲ ਲੇਟ ਮਿਲ ਸਕਦਾ ਪਰ ਮਿਲੇਗਾ ਜ਼ਰੂਰ ਕਹਿੰਦੇ ਨੇ ਨਾ ਕਿ ਕਰਮ ਕਰ ਫਲ ਕੀ ਇੱਛਾ ਮਤ ਕਰ ਉਹ ਤੁਹਾਨੂੰ ਆਪ ਦੀ ਆਪ ਹੀ ਜਿਹੜਾ ਮਿਲ ਜਾਣਾ ਆਫ ਕੈਮਰਾ ਤੁਸੀਂ ਇੱਕ ਇਨਸੀਡੈਂਟ ਜਿਹੜਾ ਇੱਕ ਉਹ ਸਾਂਝਾ ਕੀਤਾ ਸੀ ਪਿਛਲੀ ਵਾਰ ਵਾਲਾ ਕਿੰਨਾ ਕੁ ਗੁੱਸਾ ਚੜਿਆ ਸੀ ਇਹਨਾਂ ਨੂੰ ਪਿਛਲੀ ਵਾਰੀ ਜਦੋਂ ਉਦੋਂ ਇਹਨਾਂ ਦਾ ਕੁਆਲੀਫਾਈ ਨਹੀਂ ਹੋਇਆ ਸੀਗਾ ਦੁੱਖ ਵੀ ਬਹੁਤ ਲੱਗਿਆ ਸੀ ਨਾ ਆਪਾਂ ਗੱਲ ਕਰ ਰਹੇ ਸੀ ਪਹਿਲੇ ਨਹੀਂ ਹੋਇਆ ਤੇ ਫਿਰ ਕਾਫੀ ਮਤਲਬ ਰੋਏ ਵਗੈਰਾ ਹੋਇਆ ਬਟ ਫਿਰ ਵੀ मतलब 15-20 मिनट ये भी रोई सारे ही रोए बड़ा एक माहौल हो गया ऐसा ਤੇ ਥੋੜੀ ਦੇਰ ਬਾਅਦ ਹੀ ਆਫਟਰ ਹਾਫ ਐਨ ਆਵਰ ਉਹ ਕਹਿੰਦਾ ਨਹੀਂ ਫਿਰ ਦੁਬਾਰਾ ਤਿਆਰੀ ਕਰਾਂਗਾ ਔਰ ਅਗਲੇ ਦਿਨ ਦੁਬਾਰਾ ਲਾਇਬ੍ਰੇਰੀ ਚਲਾ ਗਿਆ ਪੜਨ ਵਾਸਤੇ ਅਸੀਂ ਜਸਟ ਅੰਦਰ ਬੈਠੇ ਸੀ ਇਹ ਬਾਹਰ ਆ ਗਿਆ 15-20 ਮਿੰਟ ਦੇ ਬਾਅਦ ਆਪਣੇ ਆਪ ਨਾਲ ਇਹਨੇ ਗੱਲਾਂ ਕੀਤੀਆਂ ਕੁਝ ਕੀਤੀਆਂ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਫਿਰ ਤੋਂ ਸਟਾਰਟ ਕਰਨਾ ਹੈ ਮੈਂ ਫਿਰ ਤੋਂ ਸਟਾਰਟ ਕਰਨਾ ਉਹ ਨਹੀਂ ਕਰ ਸਕਦਾ ਮੈਨੂੰ ਕਰਨਾ ਹੈ ਬਸ ਇੰਸਪੀਰੇਸ਼ਨ ਮਤਲਬ 15 ਮਿੰਟਸ ਬਾਅਦ ਹੀ ਇਸਨੇ ਆਪਣੇ ਆਪ ਨੂੰ ਦੁਬਾਰਾ ਹੀ ਉਹ ਇਕੱਠਾ ਕਰਕੇ ਲਾਇਆ ਐਂਡ ਨਹੀਂ ਇਹ ਸਟਾਰਟ ਹੋ ਗਿਆ ਦੁਬਾਰਾ ਕਿ ਮੈਨੂੰ ਲੰਬਾ ਪ੍ਰੋਸੈਸ ਹੈ ਦੁਬਾਰਾ ਪ੍ਰੀ ਮੇਨਸ ਦੈਨ ਇੰਟਰਵਿਊ और ये उन्नवी ਅਸੀਂ ਇਹ ਹੋ ਜਾਂਦਾ ਬਸ ਨੋਰਮਲ ਨੈਕਸਟ ਟਾਈਮ ਨੈਕਸਟ ਡੇ ਬਸ ਪੇਸ਼ੈਂਸ ਹੀ ਸੀ ਦਾ ਕਾਫੀ ਬਹੁਤ ਪੇਸ਼ੈਂਸ ਸੀ ਮਤਲਬ 15 ਮਿੰਟਸ ਬਾਅਦ ਸਟਾਰਟਡ ਇਹਨੇ ਦੁਬਾਰਾ ਆਪਣੀ ਜਰਨੀ ਦੁਬਾਰਾ ਸਟਾਰਟ ਕਰਤੀ ਫਰਮ ਦਾ ਵੈਰੀ ਸਕ੍ਰੈਚ ਪੁਆਇੰਟ ਤੁਸੀਂ ਕਹਿ ਸਕਦੇ ਹੋ ਉੱਥੋਂ ਦੁਬਾਰਾ ਇਹਨੇ ਸਟਾਰਟ ਕਰ ਦਿੱਤਾ
ਬਿਲਕੁਲ। ਔਰ ਸ਼ੌਕ ਤਿੰਨੇ ਹੀ ਭੈਣ ਭਰਾਵਾਂ ਨੂੰ ਪੜਨ ਦਾ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਹੈ ਨਾ। हाँ, पर मतलब इसी तरह सिटिंग नहीं सी साडी, पर थोड़ा सी, पर इसी तरह 18 सिटिंग hours, 20 hours. 18 hours He can read, he can sit ਸਭ ਤੋਂ ਵੱਡੀ 18 hours ਨਹੀਂ ਅਸੀਂ ਉਹਨੇ ਸਟੂਡੀਓ ਅਸੀਂ ਨਹੀਂ ਆਉਂਦੇ 18 hours ਕਰਨਾ ਬਹੁਤ ਮੁਸ਼ਕਿਲ ਹੈ। ਨਹੀਂ, ਬਹੁਤ ਵਧੀਆ। ਔਰ ਵੀਰ ਜੀ, ਇੱਕ ਮੈਂ ਲਾਸਟ ਦੇ ਵਿੱਚ ਪੁੱਛਣਾ ਚਾਹਾਂਗੀ, ਮੇਰੇ ਜ਼ਿਹਨ ਦੇ ਵਿੱਚ ਇਹ ਬਹੁਤ ਜ਼ਰੂਰੀ ਸਵਾਲ ਸੀਗਾ। ਤੁਹਾਨੂੰ ਬਾਹਰ ਜਾਣ ਦੇ ਲਈ ਵੀ ਕਿਹਾ ਗਿਆ ਸੀਗਾ ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਬਹੁਤ ਸੋਹਣਾ ਮੈਸੇਜ ਹੈ ਕਿ ਅਸੀਂ ਮਿਹਨਤ ਕਰਕੇ ਨਹੀਂ ਰਾਜੀ, ਅਸੀਂ ਸਟਰਗਲ ਨਹੀਂ ਕਰਨਾ ਚਾਹੁੰਦੇ। ਅਸੀਂ ਸੋਚਦੇ ਹਾਂ ਬਾਹਰ ਜਾ ਕੇ ਵੀ ਕੋਈ ਤੁਹਾਡੇ ਵਾਸਤੇ ਉੱਥੇ ਦਰਖਤ ਤਾਂ ਲੱਗਿਆ ਨਹੀਂ ਹੈਗਾ, ਤੁਸੀਂ ਜਾ ਕੇ ਹਿਲਾਉਣਾ ਝਾੜਨਾ ਤੇ ਪੈਸੇ ਡਿੱਗ ਜਾਣੇ ਆ, ਐਸਾ ਨਹੀਂ ਹੈਗਾ। ਲੇਕਿਨ ਇਹ ਜ਼ਿਹਨ ਦੇ ਵਿੱਚੋਂ ਤੁਸੀਂ ਜ਼ਰੂਰ ਨੌਜਵਾਨਾਂ ਦੇ ਉਸ ਚੀਜ਼ ਦੇ ਲਈ, ਉਹਨੂੰ ਕੱਢਣ ਦੇ ਲਈ ਇੱਕ ਸੁਨੇਹਾ ਜ਼ਰੂਰ ਦਿਓ ਕਿ ਜਿੱਦਾਂ ਕਹਿੰਦੇ ਨੇ ਕਿ ਆਫਟਰ 12th ਸਾਨੂੰ ਲੱਗਦਾ ਅੱਗੇ ਕੁਝ ਵੀ ਨਹੀਂ ਹੈ, ਅਸੀਂ ਇੰਨੀ ਕਿੱਥੋਂ ਮਿਹਨਤ ਕਰਾਂਗੇ, ਖੱਜਲ ਖਰਾਬੀ ਹੈ, ਪਤਾ ਨਹੀਂ ਜੌਬ ਹੈ ਨਹੀਂ ਹੈ। 12ਵੀਂ ਕੀਤੀ, ਆਇਲਸ ਕੀਤੀ, ਚਲੋ ਬਾਹਰ। ਇਦਾਂ ਬਹੁਤ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ ਨੇ। ਲੇਕਿਨ ਜੇਕਰ ਤੁਸੀਂ ਉਹਦੇ ਲਈ ਇੱਕ ਸੁਨੇਹਾ ਜ਼ਰੂਰ ਦਿਓ ਕਿ ਮਿਹਨਤ ਕਰੋ, ਇੰਡੀਆ ਕਰੋ, ਬਹੁਤ ਕੁਝ ਹੈ ਤੁਹਾਡੇ ਲਈ। मैं इस ऑन कैमरा एक चीज जरूर बोलूंगा कि यूथ आर द एसेट ऑफ एनी नेशन। अगर मैं पर्टिकुलरली सिख कंपोजिशन दी देखा, वी आर 1.9% इन इंडिया एंड इक्वली द सेम नंबर इज इन जम्मू एंड कश्मीर यूटी। मैं जरूर बोलूंगा कि यूथ दा अज एक जिहड़ा इंक्लीनेशन है टूवर्ड्स यूरोपियन कंट्रीज, पर्टिकुलरली यूके, ऑस्ट्रेलिया एंड कैनेडा। इस नूं चीज जरूर समझना पेगा कि इंडिया इज ए लैंड फुल ऑफ अपॉर्चुनिटीज। ਅਸੀਂ ਕਿਸੇ ਤੋਂ ਇੰਡੀਆ ਵਿੱਚ ਘੱਟ ਨਹੀਂ ਆ, ਕੋਈ ਐਸੀ ਚੀਜ਼ ਨਹੀਂ ਜਿਹੜੀ ਇੰਡੀਆ ਵਿੱਚ ਨਹੀਂ ਹੈ। ਇੱਕ ਚੀਜ਼ ਜਿਹੜੀ ਹੈ ਉਹ ਸਾਨੂੰ ਕਰਨੀ ਪਏਗੀ ਕਿ ਯੂਥ ਦੇ ਅੰਦਰ ਜਿਹੜੀ ਮੋਟੀਵੇਸ਼ਨਲ ਸਪਿਰਿਟ ਹੈ, ਜਿਹੜੀ ਈਜ਼ੀ ਗੋਇੰਗ ਹੈ, ਉਸ ਨੂੰ ਖਤਮ ਕਰਨਾ ਪਏਗਾ। ਅੱਜ ਬਹੁਤ ਵੱਡੀ ਪ੍ਰੋਬਲਮ ਹੈ पर्टिकुलरली सिख यूथ ਦੀ ਔਰ ਜਨਰਲ ਯੂਥ ਦੀ, ਮੈਂ ਬੋਲਾਂਗਾ ਇੰਡੀਆ ਦੀ। ਵੀ ਵਾਂਟ ਈਜ਼ੀ ਮਨੀ, ਸਾਨੂੰ ਆਸਾਨੀ ਨਾਲ ਪੈਸਾ ਕਮਾਉਣਾ ਔਰ ਜਲਦੀ ਕਮਾਉਣਾ ਹੈ। ਔਰ ਇਹ ਜਿਹੜੀ ਚੀਜ਼ਾਂ पर्टिकुलरली ਤੁਸੀਂ ਸਿਵਲ ਸਰਵਿਸਿਜ਼ ਵਿੱਚ ਆਉਂਦੇ ਹੋ, ਨੇਸ਼ਨ ਦੇ ਪਿਲਰ ਬਣਦੇ ਹੋ, सोसाइटी ਨੂੰ ਸਰਵ ਕਰਦੇ ਹੋ, ਇਹਦੇ ਵਿੱਚ ਮਨੀ ਇਜ਼ ਨਾਟ ਐਨ ਇੰਪੋਰਟੈਂਟ ਕੰਸੀਡਰੇਸ਼ਨ। योर सर्विस मोटिव, योर स्पिरिट। और गुरु नानक दी फिलोसफी भी यो कहती है, जेडे तीन साडे सिद्धांत नाम जप किरत कर वंड छक, और तीनों जेडे वो सिविल सर्विसेज दी जेडी जर्नी है उदी मैं इंप्लीमेंट कीते। एंड आई एम वेरी ऑप्टिमिस्टिक कि हर कोई इथों सेंध ले, कुछ सीखे और उसदे विच जेड़ा इंप्लीमेंट करे। वी हैव ऑलमोस्ट एवरीथिंग फ्रॉम आवर गुरुस। वी हु कैन टीच अस सोशलिज्म rather than Guru Nanak? Who can teach us community participation for Guru Angad Dev Ji? Who can teach us the life of sacrifice from Guru Arjan Dev Ji? Who can give us the mantra of secularism by Tan Shri Guru, 9th Guru, Guru Tegh Bahadur Ji? And who can be a saint, scholar, poet than 10th Guru of Sikh Panth? So we have everything to learn. I personally feel that India is a great country. We have a great nation. We have enormous opportunities. We are nothing short. I can even इस पॉइंट पर मेरी कई बार लड़ाई भी हो जाती सी क्योंकि मैं डिबेटर रहता था जम्मू यूनिवर्सिटी एंड ऑलवेज टेक इंडिया किसी चीज़ की कमी नहीं है। वी हैव ऑलमोस्ट एवरीथिंग। थोड़ी जी मैनेजमेंट, थोड़ा जा एथिकल फ्रेमवर्क और थोड़ा जा ਅਸੀਂ कोऑर्डिनेशन करिए, वी कैन बी द नंबर 1 इन द वर्ल्ड एंड यूथ शुड इंस्पायर फ्रॉम ऑल दीज थिंग्स। ਬਿਲਕੁਲ, ਬਹੁਤ ਵਧੀਆ ਮੈਸੇਜ ਹੈ ਜਿਹੜਾ ਤੁਸੀਂ ਦਿੱਤਾ ਹੈਗਾ ਕਿ ਬਸ ਕੁਝ ਚੇਂजेस ਕਰਨ ਦੀ ਜ਼ਰੂਰਤ ਹੈ। ਉਹ ਚੇਂਜ ਸਾਡੇ ਆਪਦੇ ਤੋਂ ਹੀ ਸ਼ੁਰੂ ਹੋਣਾ ਚਾਹੀਦਾ। ਆਪਾਂ ਕਿਸੇ ਦੇ ਮੂੰਹ ਵੱਲ ਨਾ ਦੇਖੀਏ ਕਿ ਉਹ ਕਰੇ ਜਾਂ ਉਹ ਕਰੇ, ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋ ਜਾਣਾ। ਲੇਕਿਨ ਨਹੀਂ, ਜਿਵੇਂ ਕਹਿੰਦੇ ਨੇ ਨਾ, ਬੂੰਦ ਬੂੰਦ ਦੇ ਨਾਲ ਸਾਗਰ ਭਰਦਾ। ਤੁਹਾਡੇ ਹਰ ਇੱਕ ਦੇ ਇੱਕ ਸਿੰਗਲ ਕੰਟਰੀਬਿਊਸ਼ਨ ਦੇ ਨਾਲ ਵੀ ਤੁਸੀਂ ਬਹੁਤ ਕੁਝ ਹੈ ਜਿਹੜਾ ਕਰ ਸਕਦੇ ਹੋ। ਬੜਾ ਹੀ ਮੇਰਾ ਵਧੀਆ ਤੇ ਇੰਟਰਸਟਿੰਗ ਜਿਹਾ ਇੰਟਰਵਿਊ ਰਿਹਾ ਅੱਜ ਦਾ। ਔਰ ਮੈਂ ਖੁਦ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਪਰਿਵਾਰ ਦੇ ਨਾਲ ਬਹੁਤ ਕੁਝ ਸਿੱਖਿਆ ਔਰ ਇਸ ਇੰਟਰਵਿਊ ਨੂੰ ਬਾਖੂਬੀ ਇੰਜੋਏ ਵੀ ਕੀਤਾ ਹੈਗਾ। ਇੱਕ ਬਹੁਤ ਅੱਛਾ ਮੈਸੇਜ ਹੈ ਜਿਹੜਾ ਉਹ ਵੀ ਗਿਆ ਹੈਗਾ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜ਼ਰੂਰ ਕਮੈਂਟਸ ਦੇ ਰਾਹੀਂ ਆਪਣਾ ਜ਼ਰੂਰ ਸਾਂਝੇ ਕਰਿਓ। ਤੇ ਨਾਲ ਹੀ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਜਿਹੜੀ ਵੀ ਕੁਰਸੀ ਦੇ ਉੱਤੇ ਬੈਠੋ, ਆਪਣੀ ਜੋ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਸ ਨੂੰ ਬਾਖੂਬੀ ਨਿਭਾ ਪਾਓ। ਅਕਾਲ ਪੁਰਖ ਵਾਹਿਗੁਰੂ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਮਾਂ ਲਿਆ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।